हाँ जी, गुड आफ्टरनून स्टूडेंट। सो बेटा जी अज असी जो टॉपिक करन जा रहे हैं दैट इज़ वेरी इंपॉर्टेंट। सो खास ख्याल रखना इस टॉपिक का, दैट इज़ कॉल्ड रिलेशन। और रिलेशन के विच सब तो पहला असी इको जो सब तो मोस्ट इंपॉर्टेंट टॉपिक है दैट इज़ कॉल्ड इक्वलेंट रिलेशन। सो बेटा जी इक्वलेंट रिलेशन उन्ना चिकर प्रूव नहीं होंदा जिन्ना चिकर ਉਹਦੇ ਤਿੰਨ ਕੰਡੀਸ਼ਨਾਂ ਰਿਫਲੈਕਸਿਵ ਰਿਲੇਸ਼ਨ, ਸਿਮੈਟ੍ਰਿਕ ਰਿਲੇਸ਼ਨ ਤੇ ਟ੍ਰਾਂਜ਼ਿਟਿਵ ਰਿਲੇਸ਼ਨ ਇਹ ਪ੍ਰੂਵ ਨਾ ਹੋ ਜਾਣ। ਸੋ ਸਭ ਤੋਂ ਪਹਿਲਾਂ ਰਿਫਲੈਕਸਿਵ ਰਿਲੇਸ਼ਨ ਕੀ ਹੁੰਦਾ? ਰਿਫਲੈਕਸਿਵ ਰਿਲੇਸ਼ਨ ਦੇ ਵਿੱਚ ਸਾਡੇ ਪਾਸ ਰਿਫਲੈਕਸਿਵ ਰਿਲੇਸ਼ਨ ਦੇ ਵਿੱਚ ਸਾਡੇ ਕੋਲ ਕੀ ਹੁੰਦਾ ਜਿਹਦੇ ਵਿੱਚ ਸੇਮ ਐਲੀਮੈਂਟ ਹੋਣ, ਦੈਟ ਇਜ਼ ਏ ਬੀ ਬੀ। ਏ ਉਹ ਵੀ ਰਿਲੇਸ਼ਨ ਨੂੰ ਬਿਲੋਂਗ ਕਰਦਾ ਹੋਵੇ, ਇਹਨੂੰ ਕਹਿੰਦੇ ਬਿਲੋਂਗਸ। ए भी रिलेशन ਨੂੰ ਬਿਲੋਂਗ ਕਰਦਾ ਹੋਵੇ, ਬੀ ਵੀ ਰਿਲੇਸ਼ਨ ਨੂੰ ਬਿਲੋਂਗ ਕਰਦਾ ਹੋਵੇ, ਜਾਂ ਐਲੀਮੈਂਟ ਲੈ ਲਓ 1 ਵੀ ਰਿਲੇਸ਼ਨ ਨੂੰ ਬਿਲੋਂਗ ਕਰਦਾ, 2 ਵੀ ਰਿਲੇਸ਼ਨ ਨੂੰ ਬਿਲੋਂਗ ਕਰਦਾ, ਜਾਂ x ਵੀ ਰਿਲੇਸ਼ਨ ਨੂੰ ਬਿਲੋਂਗ ਕਰਦਾ, y ਵੀ ਰਿਲੇਸ਼ਨ ਨੂੰ ਬਿਲੋਂਗ ਕਰਦਾ, ਜਾਂ L1 ਵੀ ਰਿਲੇਸ਼ਨ ਨੂੰ ਬਿਲੋਂਗ ਕਰਦਾ, L2 ਵੀ ਰਿਲੇਸ਼ਨ ਨੂੰ ਬਿਲੋਂਗ ਕਰਦਾ, ਜਾਂ P1 ਵੀ ਰਿਲੇਸ਼ਨ ਨੂੰ ਬਿਲੋਂਗ ਕਰਦਾ, P2 ਵੀ ਰਿਲੇਸ਼ਨ ਨੂੰ ਬਿਲੋਂਗ ਕਰਦਾ। ਇੱਥੋਂ ਸਾਨੂੰ ਇਹ ਪਤਾ ਲੱਗਾ ਕਿ ਰਿਫਲੈਕਸਿਵ ਦੇ ਵਿੱਚ ਉਹ ਐਲੀਮੈਂਟ ਲੈਣੇ ਜਿਨ੍ਹਾਂ ਦੀਆਂ ਸ਼ਕਲਾਂ ਸੇਮ ਆ, ਬਿਲਕੁਲ ਸੇਮ ਆ। ਠੀਕ ਹੈ ਜੀ। ਸਿਮੈਟ੍ਰਿਕ ਦੇ ਵਿੱਚ ਕੀ ਆ? ਸਿਮੈਟ੍ਰਿਕ ਦੇ ਵਿੱਚ ਅਸੀਂ ਉਲਟ ਲਵਾਂਗੇ ਕਿ ਅਗਰ ਸਾਡੇ ਕੋਲ A ਤੇ B ਰਿਲੇਸ਼ਨ ਨੂੰ ਬਿਲੋਂਗ ਕਰਦੇ ਆ ਤੇ ਇਹਦਾ ਪੁੱਠਾ B ਤੇ A ਵੀ ਰਿਲੇਸ਼ਨ ਨੂੰ ਬਿਲੋਂਗ ਕਰੇਗਾ। ਅਗਰ 1 ਤੇ 2 ਰਿਲੇਸ਼ਨ ਨੂੰ ਬਿਲੋਂਗ ਕਰਦੇ ਆ ਤੇ ਇਹਦਾ ਉਲਟ 2 ਤੇ 1 ਵੀ ਰਿਲੇਸ਼ਨ ਨੂੰ ਬਿਲੋਂਗ ਕਰੇਗਾ। ਅਗਰ X ਤੇ Y ਰਿਲੇਸ਼ਨ ਨੂੰ ਬਿਲੋਂਗ ਕਰਦੇ ਆ ਤੇ Y ਤੇ X ਵੀ ਰਿਲੇਸ਼ਨ ਨੂੰ ਬਿਲੋਂਗ ਕਰਨਗੇ। ਅਗਰ L1 ਤੇ L2 ਰਿਲੇਸ਼ਨ ਨੂੰ ਬਿਲੋਂਗ ਕਰਨਗੇ ਤੇ L2 L1 ਵੀ ਰਿਲੇਸ਼ਨ ਨੂੰ ਬਿਲੋਂਗ ਕਰਨਗੇ। ਅਗਰ P1 ਤੇ P2 ਰਿਲੇਸ਼ਨ ਨੂੰ ਬਿਲੋਂਗ ਕਰਦੇ ਆ ਤੇ ਇਹਦਾ ਉਲਟ P2 P1 ਵੀ ਰਿਲੇਸ਼ਨ ਨੂੰ ਬਿਲੋਂਗ ਕਰੇਗਾ। ਔਰ ਅਗਰ T1 T2 ਰਿਲੇਸ਼ਨ ਨੂੰ ਬਿਲੋਂਗ ਕਰਦੇ ਤੇ T2 ਤੇ T1 ਵੀ ਰਿਲੇਸ਼ਨ ਨੂੰ ਬਿਲੋਂਗ ਕਰਨਗੇ। ਠੀਕ ਹੈ ਜੀ। ਸੋ ਸਭ ਤੋਂ ਪਹਿਲਾਂ ਇਹ ਦੇਖਣਾ ਕਿ T1 ਤੇ T2 ਹੈ। T1 ਮੈਂ ਟ੍ਰਾਇੰਗਲ ਦਾ ਲਿਆ, P1 ਪੈਰਲਲ ਜਾਂ ਪਰਪੈਂਡੀਕੂਲਰ ਦਾ ਲਿਆ ਤੇ L1 L2 ਮੈਂ ਲਾਈਨ ਤੋਂ ਤਾਂ ਲਿਖਿਆ ਮੈਂ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਟ੍ਰਾਂਜ਼ਿਟਿਵ ਰਿਲੇਸ਼ਨ ਵਿੱਚ ਕੀ ਹੈਗਾ ਕਿ ਅਗਰ ਸਾਡੇ ਕੋਲ A ਤੇ B ਦੋਨੇ ਰਿਲੇਸ਼ਨ ਨੂੰ ਬਿਲੋਂਗ ਕਰਦੇ ਆ, B ਤੇ C ਵੀ ਰਿਲੇਸ਼ਨ ਨੂੰ ਬਿਲੋਂਗ ਕਰਨਗੇ, ਇਹਨਾਂ ਦੋਨਾਂ ਦੇ ਵਿੱਚ ਕਾਮਨ ਆ ਰਿਹਾ B। ਇਹਦਾ ਮਤਲਬ ਕਿ ਮੈਂ ਸਿੱਧੇ ਸਿੰਪਲ ਲੈਂਗੁਏਜ ਕਹਾਂਗਾ, ਅਗਰ A B ਦਾ ਦੋਸਤ ਆ ਤੇ B C ਦਾ ਦੋਸਤ ਆ, ਇਹਦਾ ਮਤਲਬ A C ਦਾ ਵੀ ਦੋਸਤ ਹੋਏਗਾ। ਮੈਂ ਫਿਰ ਦੱਸਦਾ, ਅਗਰ A B ਦਾ ਦੋਸਤ ਆ ਤੇ B C ਦਾ ਦੋਸਤ ਆ ਤੇ A C ਦਾ ਵੀ ਦੋਸਤ ਹੋਏਗਾ। ਮਤਲਬ ਅਗਰ A B R ਨੂੰ ਬਿਲੋਂਗ ਕਰਦੇ, B C ਵੀ R ਨੂੰ ਬਿਲੋਂਗ ਕਰਦੇ ਤੇ A C ਵੀ ਕਰੂਗਾ। ਇੱਦਾਂ ਹੀ ਅਗਰ 1 2 R ਨੂੰ ਬਿਲੋਂਗ ਕਰਦੇ ਆ, 2 3 R ਨੂੰ ਬਿਲੋਂਗ ਕਰਦੇ ਆ ਤੇ ਜਿਹੜਾ ਕਾਮਨ ਹੈਗਾ 2 ਛੱਡ ਦਿਓ, 1 ਤੇ 3 ਵੀ R ਨੂੰ ਬਿਲੋਂਗ ਕਰੇਗਾ। ਇੱਦਾਂ ਹੀ X ਤੇ Y R ਨੂੰ ਬਿਲੋਂਗ ਕਰਦੇ ਆ, Y ਤੇ Z R ਨੂੰ ਬਿਲੋਂਗ ਕਰਦੇ ਆ ਤੇ ਇਹਦਾ ਉਲਟ X ਤੇ Z ਵੀ R ਨੂੰ ਬਿਲੋਂਗ ਕਰੇਗਾ। ਅਗਰ P1 ਤੇ P2 R ਨੂੰ ਬਿਲੋਂਗ ਕਰਦੇ ਆ ਤੇ P2 ਤੇ P3 R ਨੂੰ ਬਿਲੋਂਗ ਕਰਦੇ ਆ ਤੇ P1 ਤੇ P3 ਵੀ R ਨੂੰ ਬਿਲੋਂਗ ਕਰੇਗਾ। ਜਦੋਂ ਇਹ ਤਿੰਨੇ ਕੰਡੀਸ਼ਨਾਂ ਅਬਵ ਦਾ 3 ਕੰਡੀਸ਼ਨ ਸੈਟੀਸਫਾਈਡ, ਜਦੋਂ ਇਹ ਤਿੰਨੇ ਕੰਡੀਸ਼ਨਾਂ ਸੈਟੀਸਫਾਈਡ ਹੋ ਜਾਂਦੀਆਂ ਦੈਨ ਇਸ ਰਿਲੇਸ਼ਨ ਨੂੰ ਅਸੀਂ ਕਹਿੰਦੇ ਹਾਂ ਇਕੁਇਵਲੈਂਟ ਰਿਲੇਸ਼ਨ। ਇਸ ਨੂੰ ਅਸੀਂ ਕਹਾਂਗੇ ਇਕੁਇਵਲੈਂਟ ਰਿਲੇਸ਼ਨ। ਠੀਕ ਹੈ ਜੀ। ਨੈਕਸਟ ਕੁਐਸਚਨ ਕਰਦੇ ਹਾਂ, ਆਪਾਂ ਸਟਾਰਟ ਕਰਦੇ ਹਾਂ। ਸਾਡੇ ਕੋਲ ਫਸਟ ਕੁਐਸਚਨ ਹੈ, ਕਹਿੰਦਾ ਸ਼ੋ ਦੈਟ ਦਾ ਰਿਲੇਸ਼ਨ ਆਰ ਇਨ ਸੈਟ A 1 2 3 ਆ ਇੱਕ ਸੈਟ ਲੈ ਲਿਆ, ਡਿਫਾਈਨਡ ਬਾਈ R 1 1 2 2 3 3 1 2 2 3। ਕਹਿੰਦਾ ਰਿਫਲੈਕਸਿਵ ਹੈਗਾ ਆ। ਰਿਫਲੈਕਸਿਵ ਤਾਂ ਇਹ ਹੈਗਾ ਆ ਬਟ ਨਾ ਤਾਂ ਇਹ ਸਿਮੈਟ੍ਰਿਕ ਆ, ਨਾ ਇੱਧਰ ਸਿਮੈਟ੍ਰਿਕ ਆ, ਨੌਰ ਟ੍ਰਾਂਜ਼ਿਟਿਵ ਆ, ਨਾ ਹੀ ਟ੍ਰਾਂਜ਼ਿਟਿਵ ਆ। ਇਹ ਕਿੱਦਾਂ ਕਰਨਾ? ਸਭ ਤੋਂ ਪਹਿਲਾਂ ਮੈਂ ਕੀ ਕਰਨਾ, ਟੂ ਸ਼ੋ ਰਿਫਲੈਕਸਿਵ ਸ਼ੋ ਕਰਨ ਵਾਸਤੇ ਮੈਂ ਡੈਫੀਨੇਸ਼ਨ ਲਿਖਣੀ। ਕਿੱਦਾਂ? ਹਰ ਕੁਐਸਚਨ ਦੇ ਵਿੱਚ ਆਹੀ ਡੈਫੀਨੇਸ਼ਨ ਚੱਲੇਗੀ, ਹਰ ਕੁਐਸਚਨ ਦੇ ਵਿੱਚ। ਅਕੋਰਡਿੰਗ ਟੂ ਡੈਫੀਨੇਸ਼ਨ ਅਗਰ A ਤੇ A R ਨੂੰ ਬਿਲੋਂਗ ਕਰਦੇ ਆ ਤੇ B ਤੇ B R ਨੂੰ ਬਿਲੋਂਗ ਕਰਦੇ ਆ, ਇਹ ਰਿਫਲੈਕਸਿਵ ਦੀ ਡੈਫੀਨੇਸ਼ਨ ਆ। ਦੇਖ ਲਓ ਬੇਸ਼ੱਕ ਦੀ ਮੈਂ ਲਿਖਿਆ, ਤੁਸੀਂ ਇਹਨਾਂ ਚੋਂ ਜਿਹੜੀ ਮਰਜ਼ੀ ਲੈ ਸਕਦੇ ਡੈਫੀਨੇਸ਼ਨ, ਜਿਹੜੀ ਮਰਜ਼ੀ। A ਤੇ A ਵੀ R ਨੂੰ ਬਿਲੋਂਗ ਕਰਦੇ ਆ ਤੇ B ਵੀ R ਨੂੰ ਬਿਲੋਂਗ ਕਰਦੇ ਆ, ਬਟ ਇਨ ਅਬਵ ਰਿਲੇਸ਼ਨ। ਜਦੋਂ ਮੈਂ ਉੱਪਰਲੇ ਰਿਲੇਸ਼ਨ ਦੇ ਵਿੱਚ ਦੇਖਿਆ ਤੇ ਇਸ ਰਿਲੇਸ਼ਨ ਦੇ ਵਿੱਚ ਕੋਈ ਐਸਾ ਐਲੀਮੈਂਟ ਦੱਸੋ ਜਿਹੜੇ ਸੇਮ ਹੋਣ। ਆ ਹੈਗੇ ਆ ਜੀ, 1 ਤੇ 1 ਵੀ R ਨੂੰ ਬਿਲੋਂਗ ਕਰਨਗੇ, 2 ਤੇ 2 ਵੀ R ਨੂੰ ਬਿਲੋਂਗ ਕਰਨਗੇ, 3 ਤੇ 3 ਵੀ R ਨੂੰ ਬਿਲੋਂਗ ਕਰਨਗੇ ਨਾ। 3 ਲਿਖਣਾ ਲਿਖੋ, ਤੁਹਾਡੀ ਮਰਜ਼ੀ ਆ। 2 ਲਿਖ ਲੈ ਬਹੁਤ ਆ। 1 ਤੇ 1 ਵੀ R ਨੂੰ, 2 ਤੇ 2 ਵੀ R ਨੂੰ ਕਰਦੇ ਆ ਬਿਲੋਂਗ। ਇਹਦਾ ਮਤਲਬ ਇਹ ਰਿਫਲੈਕਸਿਵ ਹੋ ਗਿਆ।
उस तो बाद टू शो लिख लो चाहे प्रूव लिख लो। सिमेट्रिक विच की है कहता सिमेट्रिक की डेफिनेशन सीगी आ देखो सिमेट्रिक की डेफिनेशन कहता अगर ए ते बी आर नूं बिलोंग करते तो यदा पुट्ठा भी बिलोंग करेगा है ना। तो इधर देख लो अगर ए ते बी आर नूं बिलोंग करते आ तो बी ते ए आर नूं बिलोंग करनगे। मैं डेफिनेशन लिखी बट एंड सिमिलरली जे बी ते सी आर नूं बिलोंग करदी है तो सी ते बी भी आर नूं बिलोंग करेगा। बट इन अबव रिलेशन हुण उपरले रिलेशन की गल करिए कि अगर एक ते दो आर नूं बिलोंग करदा आ तो की इहदा पुट्ठा दो ते एक ये रिलेशन दे विच हैगा किते है नहीं गा किते भी नहीं हैगा। दो एक ਇਹਦਾ मतलब एक ते दो ਤਾਂ रिलेशन ਨੂੰ बिलोंग करेगा बट दो ते एक रिलेशन ਨੂੰ बिलोंग नहीं करेगा। ਹੁਣ ਫੇਰ ਦੇਖ ਲਓ दो ਤਾਂ ਤਿੰਨ रिलेशन ਨੂੰ बिलोंग करता है दो ਤਾਂ ਤਿੰਨ 'ਚ ਹੈਗਾ ਹੈ बट ਕਿਤੇ ਇਹਦਾ ਉਲਟ ਤਿੰਨ ਤੇ ਦੋ ਹੈਗਾ नहीं हैगा। ਇਹਦਾ मतलब 2 ਤੇ 3 आर ਨੂੰ बिलोंग करता बट 3 ਤੇ 2 आर ਨੂੰ बिलोंग नहीं करता। इट इज़ नॉट सिमेट्रिक नहीं हैगा। अगे आ गया टू शो ट्रांजिटिव ये डेफिनेशन लिखो अकॉर्डिंग टू डेफिनेशन ए ते बी आर नूं बिलोंग करते आ बी ते सी आर नूं बिलोंग करते आ। मैं दस्सिया सी ना कि ए बी दा दोस्त आ ते बी सी दा दोस्त आ दोनों विच बी कॉमन कढ लो कहता ए सी दा भी दोस्त आ मतलब कि ए ते सी भी आर नूं बिलोंग करनगे बट इन अबव डेफिनेशन। हुण देखो एक ते दो नूं बिलोंग करते आ हैगा एक दो देख लैने हाँ जी हैगा जी एक ते दो भी आर नूं बिलोंग करते आ ते दो ते तीन भी आर नूं बिलोंग करते आ। मतलब आ देख लो आ ए हो गया आ बी हो गया आ बी हो गया आ सी हो गया एक ते दो भी आर नूं बिलोंग करते आ दो ते तीन भी आर नूं बिलोंग करते आ दोनों ते दो कॉमन कढिया बचिया की एक ते तीन बचिया। हुण जिहड़ी उत्ते रिलेशन आ इहदे विच देखोगे तो तुहानूं एक ते तीन लभदा किते नहीं हैगा। ਇਹਦਾ मतलब एक ते तीन भी रिलेशन ਨੂੰ बिलोंग नहीं करेगा। ठीक है ਇਹਦਾ मतलब इट इज़ नॉट ट्रांजिटिव। ठीक है जी आस करता तुहानूं क्वेश्चन समझ आया होगा। नैक्सट देखते हैं नैक्सट क्वेश्चन वैरी इंपॉर्टेंट क्वेश्चन है हर साल इन्हां क्वेश्चनों विचों एक क्वेश्चन पेपर च आ जाता है। गिव एन एग्जाम्पल ऑफ रिलेशन कहता अपने को एक एग्जाम्पल दो शो करो कि रिफ्लैक्सिव हैगा ये सिमेट्रिक हैगा आ बट ट्रांजिटिव नहीं हैगा। देखो अपने को एग्जाम्पल देनी है मैं क्या किया पहले एक सैट लै लिया जी 1 2 3 तुसी XYZ L1 L2 L3 P1 P2 P3 जो मर्जी लै लो। ठीक है 1 2 3 मैं एक सैट लै लिया एंड रिलेशन लै लिया मैं रिलेशन ये अकॉर्डिंग लेना कहता रिलेशन च की कहता रिफ्लैक्सिव हैगा आ मतलब एक एक भी हैगा दो दो भी हैगा तीन तीन भी है सेम भी है। उस तो बाद कहता सिमेट्रिक हैगा आ जे एक ते दो नूं बिलोंग करदे आ ते दो ते एक नूं भी बिलोंग करेगा। कहता ट्रांजिटिव नहीं हैगा ਇਹਦਾ मतलब जे एक तो दो नूं बिलोंग करते आ इधर दो तो तीन नूं बिलोंग करनगे तो एक तो तीन भी होना चाहिए बट एक तीन इत्थे नहीं हैगा नहीं लैना क्यों नहीं क्योंकि उन्हें लिखा कहते ट्रांजिटिव है ही नहीं जिहड़ा नहीं हैगा वो विच सैट दे नहीं लैना असीं याद रखना है। Definition reflexive according to definition A belongs to R B belongs to R but in above relation 1 belongs to R देखो जी रिलेशन दिता 1 भी बिलोंग करता 2 belongs to R ये भी 2 भी बिलोंग करता ये रिफ्लेक्सिव हो गया। to show symmetric according to definition A B belongs to R ਤੇ B A belongs to R ਇਹਦਾ ਉਲਟ ਹੁਣ ਦੇਖ ਲੈਣੇ। ਸਿਮਿਲਰਲੀ ਫੇ ਇਹ ਵੀ ਕਹਿ ਸਕਦੇ ਹਾਂ ਕਿ ਜੇ B C R ਨੂੰ ਬਿਲੋਂਗ ਕਰਦਾ ਤੇ C B R ਨੂੰ ਬਿਲੋਂਗ ਕਰਦਾ। ਹੁਣ ਦੇਖ ਲੈਣੇ ਅਗਰ 1 ਤੇ 2 ਦੇਖੋ ਹੈਗਾ ਜੀ 1 ਤੇ 2 ਅਗਰ 1 ਤੇ 2 ਰਿਲੇਸ਼ਨ ਨੂੰ ਬਿਲੋਂਗ ਕਰਦਾ ਕੀ 2 ਤੇ 1 ਵੀ ਰਿਲੇਸ਼ਨ ਨੂੰ ਬਿਲੋਂਗ ਕਰੇਗਾ ਬਿਲੋਂਗ ਤਾਂ ਕਰਦਾ ਆ ਪਰ ਆਪਾਂ ਇਹ ਦੇਖਣਾ ਵੀ ਇਹ ਸਾਡੇ ਕੋਲ ਰਿਲੇਸ਼ਨ ਦੇ ਵਿੱਚ ਹੈਗਾ। ਦੇਖ ਲਓ ਜੀ 2 1 1 2 ਹੈਗਾ ਆ 2 1 ਹੈਗਾ ਆ ਦੇਖੋ ਜੀ 2 1 ਪਿਆ इदा मतलब दो एक रिलेशन बिलोंग करता। हुण देख लेने 2 ते 3 पहला देख लो 2 ते 3 हैगा जी हैगा जे 2 ते 3 रिलेशन नूं बिलोंग करता तो इहदा पुट्ठा 3 2 भी दिता बिल्कुल जी दिता है 3 2 भी दिता है इहदा मतलब ये सिमेट्रिक भी हो गया। हुण शो करना रिफ्लैक्स ट्रांजिटिव अकॉर्डिंग टू डेफिनेशन अगर A ते B रिलेशन नूं बिलोंग करदे आ B ते C रिलेशन नूं बिलोंग करदे इहदा मतलब A ते C भी रिलेशन नूं बिलोंग करनेगा बट इन अबव रिलेशन 1 ते 2 रिलेशन नूं बिलोंग देख लैने 1 2 दिता आ दिता जी 1 ते 2 रिलेशन बिलोंग उस तो बाद कहता 2 ते 3 रिलेशन बिलोंग ये भी दिता है 2 ते 3 हाँ जी 2 ते 3 भी रिलेशन बिलोंग दिता है। इन्होंने दोनों चो कॉमन की निकलता 2 ते 2 कटिया गया खत्म हो गया कटना नहीं वैसे उन्होंने चक दिओ रह गया 1 ते 3 रिलेशन बिलोंग हैगा 1 3 देख लो किते ना जी 1 3 तो साडे रिलेशन च ही है नहीं गा ਇਹਦਾ मतलब 1 3 इज नॉट बिलोंग्स टू R इट इज नॉट सिमेट्रिक। ठीक है जी नेक्स्ट देखते हैं बिल्कुल सेम क्वेश्चन नेक्स्ट भी give example of the relation show that reflexive transitive but not symmetric
फस्ट मैं की किया, लेट अस सपोज एक सैट ले लिया 1 2 3, कहता मेरे को रिफ्लैक्सिव होना चाहिए, मतलब कि रिलेशन लिया मैं 1 1 2 2 होना चाहिए, ट्रांजिटिव भी होना चाहिए, 1 तो 2 2 तो 3 तो 1 तो 3 होना चाहिए, लिख लिया जी। सिमेट्रिक नहीं होना चाहिए, 1 तो 2 लिख लिया बट ये 2 1 नहीं लिखना क्योंकि नॉट सिमेट्रिक आ, 2 तो 3 लिख लिया 3 2 नहीं लिखना क्योंकि नॉट सिमेट्रिक आ, 1 तो 3 लिख लिया बट 3 1 नहीं लिखना क्योंकि नॉट सिमेट्रिक आ। ठीक है, उस तो बाद की आ गया, अकॉर्डिंग टू द डेफिनेशन ए बिलोंग्स टू आर, बी बिलोंग्स टू आर बट इन अबव रिलेशन, एक एक बिलोंग भी करता है, बिल्कुल ठीक है जी, दो दो भी बिलोंग करता है, बिल्कुल ठीक है जी, ये रिफ्लैक्सिव हो गया। हुण शो करते आप ट्रांजिटिव दी, अकॉर्डिंग टू डेफिनेशन ए बिलोंग्स टू आर, बी बिलोंग्स टू आर बट इन अबव रिलेशन, 1 2 बिलोंग्स टू आर हैगा जी, 1 2 बिल्कुल जी 1 2 हैगा, 1 2 बिलोंग्स टू आर बट इहदा पुट्ठा 2 1 2 1 हैगा उपर किते ना जी, 2 1 तो है ही नहीं उपर रिलेशन च, ਇਹਦਾ ਬਲਕਿ 2 1 इज नॉट बिलोंग्स टू आर, 2 3 बिलोंग्स टू आर हैगा, बिल्कुल हैगा जी, 2 3 बिलोंग्स टू आर आ देखो दिता है बट ਇਹਦਾ पुट्ठा 3 2 बिलोंग्स टू आर हैगा उत्ते 3 2 ना जी, 3 2 भी है नहीं गा साडे कोल, ਇਹਦਾ मतलब कि ਇਹ ਵੀ ਇਹਨੂੰ बिलोंग नहीं करेगा, इट इज नॉट सिमेट्रिक। हुण आ गया जी साडे कोल ट्रांजिटिव, to show transitive according to definition a b belongs to r, b c belongs to r ਤੇ a c belongs to r but in above relation, ਸਾਨੂੰ ਪਤਾ ਦੇਖੋ ਰਿਲੇਸ਼ਨ ਦੇਖ ਲਓ ਕੀ ਕੀ ਰਿਲੇਸ਼ਨ, 1 ਤੇ 2 ਦਿੱਤਾ ਚ ਦਿੱਤਾ, 1 ਤੇ 2 ਆ ਲਓ ਜੀ, 1 ਤੇ 2 belongs to r, 2 ਤੇ 3 belongs to r ਵੀ ਦਿੱਤਾ, ਦੋਨਾਂ ਚੋਂ 1 ਤੇ 3 1 3 ਦੇਖ ਲਓ ਹੈਗਾ ਕਿਤੇ 1 3 ਆ ਲਾਸਟ ਵਿੱਚ 1 ਤੇ 3 1 ਤੇ 3 ਵੀ ਆਰ ਨੂੰ ਬਿਲੋਂਗ ਕਰਦਾ ਆ। ਇਹ ਆ ਗਿਆ ਸਾਡੇ ਕੋਲ ਟ੍ਰਾਂਜ਼ਿਟਿਵ। ਅਗਰ ਤਿੰਨੇ ਕੰਡੀਸ਼ਨਾਂ ਸੈਟੀਸਫਾਈ ਹੋ ਜਾਣ ਤਾਂ ਉਹਨੂੰ ਕਹਿੰਦੇ ਇਕੁਇਵਲੈਂਟ ਰਿਲੇਸ਼ਨ। ਕੀ ਕਹਿੰਦੇ ਉਹਨੂੰ ਅਸੀਂ? ਇਕੁਇਵਲੈਂਟ ਰਿਲੇਸ਼ਨ। ਅਗਰ ਤਿੰਨੇ ਕੰਡੀਸ਼ਨਾਂ ਸੈਟੀਸਫਾਈ ਨਹੀਂ ਹੋਵੇ ਫਿਰ ਇਕੁਇਵਲੈਂਟ ਰਿਲੇਸ਼ਨ ਨਹੀਂ ਹੈਗਾ ਆ, ਠੀਕ ਹੈ, ਫਿਰ ਨਹੀਂ ਹੈਗਾ, ਠੀਕ ਹੈ। ਨੈਕਸਟ ਦੇਖਦੇ ਹਾਂ ਕੁਐਸਚਨ। हाँ जी, नेक्स्ट क्वेश्चन, गिव एग्जाम्पल दैट रिलेशन इज सिमेट्रिक, सिमेट्रिक होना चाहिए, ट्रांजिटिव, ट्रांजिटिव भी होना चाहिए बट नॉट रिफ्लैक्सिव, रिफ्लैक्सिव नहीं होना चाहिए। हुण एग्जाम्पल देखो किद्दां बनाई दी अपने को, लेट अस सपोज सैट ले लिया मैं 1 2 3, सब तो पहला रिलेशन च कहता सिमेट्रिक होना चाहिए, मतलब जे 1 2 आ तो 2 1 भी होना चाहिए है, जे 2 3 आ तो 3 2 भी होना चाहिए। दूजा कहता ट्रांजिटिव, ट्रांजिटिव की होंदा अगर 1 तो 2 बनता है, 2 तो 3 बनता है तो 1 तो 3 भी बनता है, ट्रांजिटिव हैगा। बट रिफ्लैक्सिव है नहीं गा, रिफ्लैक्सिव मतलब 1 1 2 2 3 3 4 4 नहीं हैगा, जिहड़ा नहीं हैगा वो नहीं लिखना आपां, ठीक है। हुण आ गया टू शो रिफ्लैक्सिव, अकॉर्डिंग टू डेफिनेशन ए बिलोंग्स टू आर एंड बी बिलोंग्स टू आर बट इन अबव रिलेशन, जदों असीं उपरले रिलेशन की गल कीती ना तो सानू 1 1 आर किते लभ्या ते ना ही सानू 2 2 किते लभ्या, ना ही सानू किते 3 3 लभ्या, इहदा मतलब कि ये तिन्ने ही नॉट बिलोंग्स टू आर। ये आ गया इट इज नॉट रिफ्लैक्सिव। हुण गल कीती आवे टू शो सिमेट्रिक, अकॉर्डिंग टू डेफिनेशंस ए बी बिलोंग्स टू आर एंड उल्टे दा बी ए बिलोंग्स टू आर। ਇਹਦਾ मतलब कि अगर 1 2 बिलोंग्स टू आर आ 1 2 बिलोंग्स टू आर आ तो ਇਹਦਾ ਪੁੱਠਾ 2 1 भी बिलोंग्स टू आर, 2 1 भी बिल्कुल ठीक है जी। अगर 2 3 बिलोंग्स टू आर आ तो ਇਹਦਾ ਪੁੱਠਾ 3 2 भी बिलोंग्स टू आर आ, इट इज सिमेट्रिक आ। ਹੁਣ ट्रांजिटिव की गल करिए, अगर ए बी आर ਨੂੰ बिलोंग करता, बी सी आर ਨੂੰ बिलोंग करता, बी ना बी खत्म रह गया, ए सी भी आर ਨੂੰ बिलोंग करेगा। ਇਹਦਾ मतलब कि अगर 1 2 ਨੂੰ बिलोंग्स टू आर, 1 2 हैगा देख लो हैगा जी पहले नंबर से 1 2, उस तो बाद कहता जी 2 1 है 2 3 बिलोंग्स टू आर, 2 3 हैगा जी, हैगा जी 2 3 भी हैगा। इन्हां दोनों चों कॉमन की निकलदा जी 2 2 तो ਚੱਕਦੇ ਹੋ, ਰਹਿ ਗਿਆ 1 ਤੇ 3, 1 3 ਬਿਲੋਂਗਸ ਟੂ ਆਰ। ਹੁਣ ਇਹ ਜਿਹੜਾ 1 3 ਹੈ ਕੀ ਇਹ ਵੀ ਇੱਥੇ ਹੈਗਾ ਆ? ਹਾਂ ਜੀ ਹੈਗਾ, 1 3 ਬਿਲੋਂਗਸ ਟੂ ਆਰ, ਇਹਦਾ ਮਤਲਬ ਕਿ ਇਟ ਇਜ਼ ਏ ਟ੍ਰਾਂਜ਼ਿਟਿਵ, ਠੀਕ ਹੈ ਜੀ। ਸੋ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਆ, ਮੈਂ ਬੇਟਾ ਬਾਰ-ਬਾਰ ਕਹਿ ਰਿਹਾ ਇਹ ਕੁਐਸਚਨ ਪੇਪਰ ਦੇ ਵਿੱਚ ਤੁਹਾਡਾ ਆਉਣਾ ਹੀ ਆਉਣਾ ਹੈਗਾ ਹਾਲਤ 'ਚ। ਸੋ ਮੈਨੂੰ ਆਸ ਹੈ ਤੁਹਾਨੂੰ ਸਮਝ ਆਈ ਹੋਗੀ। ਅਗਰ ਤੁਹਾਨੂੰ ਨਾ ਸਮਝ ਲੱਗੇ ਤਾਂ ਮੈਨੂੰ ਦੱਸਣਾ, ਮੈਂ ਰਿਪੀਟ ਕਰ ਦਾਂਗਾ। ਅਸੀਂ ਰੱਟਾ ਨਹੀਂ ਲਗਾਉਣਾ, ਕੁਐਸਚਨ ਬਹੁਤ ਜ਼ਿਆਦਾ ਆਸਾਨ ਹੈਗਾ। ਸੋ ਪਲੀਜ਼ ਮੇਰੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਲਾਈਕ ਕਰੋ ਔਰ ਆਪਣੇ ਦੋਸਤਾਂ 'ਚ ਮੇਰੇ ਸਬਸਕ੍ਰਾਈਬ ਵੀ ਕਰੋ ਮੇਰੇ ਚੈਨਲ, ਔਰ ਉੱਤੇ ਵੀਡੀਓ ਜ਼ਰੂਰ ਦੇਖਿਆ ਕਰੋ ਕਿਉਂਕਿ ਉੱਥੇ ਕਲੈਰਿਟੀ ਵਧੀਆ ਹੁੰਦੀ ਹੈ। YouTube ਤਾਂ ਤੁਹਾਨੂੰ ਬੇਟਾ ਦੱਸਿਆ ਸੀਗਾ ਕਲੈਰਿਟੀ ਇੰਨੀ ਸਾਫ਼ ਨਹੀਂ ਹੁੰਦੀ ਹੈਗੀ। ਸੋ ਇਹਦੇ ਵੀ ਕਮ ਸੇ ਕਮ ਅਸੀਂ 2-3 ਲੈਕਚਰ ਲਾਵਾਂਗੇ, 3 ਲੈਕਚਰ ਲਗਾਵਾਂਗੇ, ਉਸ ਤੋਂ ਬਾਅਦ ਅਸੀਂ ਫਿਰ ਫੰਕਸ਼ਨ 'ਤੇ ਚੱਲਾਂਗੇ। ਇਹ ਸੀਗਾ ਜੀ ਸਾਡਾ ਅੱਜ ਦਾ ਟੌਪਿਕ ਰਿਲੇਸ਼ਨ, ठीक है जी। थैंक यू वेरी मच।